दंडोत वंदन कवार। सर्वकला समरथ डोलन ते राखो प्रभु। नानक दे कर हथ अगम अगोचर सच साहिब मेरा। नानक बोले बुलाया तेरा। जेता जियो पिंड सब तेरा। तू अंतरयामी पुरख भगवान। दासन दास कहे जन नानक। जिया तू कराए तिया करी बख्यान। सतनाम श्री वाहिगुरु साहिब जी। महला पहला। कुदरत दिसै कुदरत सुनिए कुदरत भो सुख सार। कुदरत पाताली आकाशी कुदरत सर्व आकार। कुदरत वेद पुराण कतेवा कुदरत सर्व विचार। कुदरत खाना पीना पहनन कुदरत सर्व प्यार। कुदरत जाति जिनसी रंगी कुदरत जी जहान। कुदरत नेकियां कुदरत बदियां कुदरत मान अभिमान। कुदरत पौन पानी वै संतर कुदरत धरती खाक। सब तेरी कुदरत तू कादर करता। पाकी नाई पाक। नानक हुक्मै अंदर वेखै वरतै ताको ताग पौड़ी। आपी ने भोग भोग कै होए भस्मड़ भोर सधाया। वड्डा हुआ दुनीदार गल संगल घत चलाया। अगै करनी कीरत वाचीऐ वै लेखा कर समझाया। थां न होई पौंदई हुण सुनिए किया रुआया। मन अंधै जन्म गवाया मन अंधै जन्म गवाया। वाहिगुरु जी का खालसा वाहिगुरु जी की फतेह। परम सत्कारयोग जुगो जुग अटल चवर छतर तखत मालक। हाजरा हजूर जारा जहूर सर्व कला भरपूर। शब्द गुरु धन धन श्री गुरु ग्रंथ साहिब जी महाराज सच्चे पातशाह जी कृपा कीती है। सत संगत दा अमोलक समा बख्शिश कीता है। सतगुरु जी की कृपा सदका इस पावन अस्थान ते गुरबाणी की जो लड़ीवार कथा चल रही है तिस दे तहत आसा राखी वार दे विचों पावन अमृत बचन जो विचार अधीन हैं। ਇਹ ਪਾਵਨ ਅੰਮ੍ਰਿਤ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 464 ਤੇ ਸੁਭਾਏਮਾਨ ਹਨ। ਆਸਾ ਰਾਗ ਦੀ ਤੀਸਰੀ ਪੌੜੀ ਔਰ ਉਸ ਪੌੜੀ ਦੇ ਨਾਲ ਜੋ ਦੂਸਰਾ ਸ਼ਲੋਕ ਹੈ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਸਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ पावन बाणी द्वारा जो उपदेश कर रहे हैं कि संसार दे विच
ਜਰੇ ਜਰੇ ਦੇ ਵਿੱਚ, ਕਣ ਕਣ ਦੇ ਵਿੱਚ ਉਹ ਵਾਹਿਗੁਰੂ ਪਰਮਾਤਮਾ ਵਰਤ ਰਿਹਾ ਹੈ। ਪਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਮਨੁੱਖ ਸੰਸਾਰ ਨੂੰ ਅਤੇ ਸੰਸਾਰ ਦੇ ਪਦਾਰਥਾਂ ਨੂੰ ਵੇਖ ਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵਿਸਾਰ ਦਿੰਦਾ ਹੈ, ਭੁਲਾ ਦਿੰਦਾ ਹੈ ਔਰ ਆਪਣੇ ਮਨ ਦੀ ਮਰਜ਼ੀ ਕਰਦਾ ਹੋਇਆ ਸੰਸਾਰ ਦੇ ਪਦਾਰਥਾਂ ਨੂੰ ਭੋਗਦਾ ਹੈ। ਪਰਮਾਤਮਾ ਵੱਲੋਂ ਗਫਲਤ ਵਿੱਚ ਆ ਜਾਂਦਾ ਹੈ, ਪਰਮਾਤਮਾ ਦੇ ਨਾਮ ਨੂੰ ਨਹੀਂ ਜਪਦਾ, ਉਹਦੀ ਰਜ਼ਾ ਤੋਂ ਬਾਹਰ ਹੋ ਕੇ ਆਪਣੇ ਮਨ ਦੀ ਮਰਜ਼ੀ ਕਰਦਾ ਹੈ ਤੇ ਮਨ ਇੱਛਤ ਪਦਾਰਥਾਂ ਦੇ ਭੋਗ ਕੇ ਆਖਰ ਭਸਮ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਤੇ ਜਦੋਂ ਇਸ ਸੰਸਾਰ ਨੂੰ ਛੱਡ ਕੇ ਇਸ ਦੁਨੀਆ ਤੋਂ ਜਾਂਦਾ ਹੈ, ਅੱਗੇ ਜਿਹੜਾ ਸੂਖਸ਼ਮ ਸਰੀਰ ਹੈ ਉਸ ਨੂੰ ਜਮਦੂਤ ਸੰਗਲਾਂ ਦੇ ਨਾਲ ਬੰਨ੍ਹ ਲੈਂਦੇ ਹਨ ਔਰ ਬੰਨ੍ਹ ਕੇ ਅੱਗੇ ਲੈ ਜਾਂਦੇ ਹਨ। ਅੱਗੇ ਜਾ ਕੇ ਇਹਦਾ ਜਦੋਂ ਲੇਖਾ ਜੋਖਾ ਹੁੰਦਾ ਹੈ, ਫਿਰ ਉਹ ਜਿਹੜਾ ਮਨ ਦੇ ਪਿੱਛੇ ਲੱਗ ਕੇ ਨੇ ਕਰਮ ਕੀਤੇ ਸੀ, ਸੰਸਾਰ ਦੇ ਪਦਾਰਥਾਂ ਨੂੰ ਭੋਗਿਆ ਸੀ, ਉਹਨਾਂ ਦੀ ਭਾਰੀ ਸਜ਼ਾ ਜੀਵ ਨੂੰ ਪ੍ਰਾਪਤ ਹੁੰਦੀ ਹੈ। ਫਿਰ ਉਸ ਸਮੇਂ ਰੁਦਨ ਕਰਦਾ ਹੈ ਤੇ ਪਾਤਸ਼ਾਹ ਜੀ ਕਹਿੰਦੇ, ਹੁਣ ਇਹਦਾ ਰੋਇਆ ਹੋਇਆ ਕੋਈ ਨਹੀਂ ਸੁਣਦਾ। ਇਸ ਤਰ੍ਹਾਂ ਇਸ ਅੰਨੇ ਮਨ ਨੇ ਇਹ ਕੀਮਤੀ ਜੀਵਨ ਮਨੁੱਖਾ ਦੇਹੀ ਨੂੰ ਵਿਅਰਥ ਗਵਾ ਲਿਆ, ਇਸ ਤੋਂ ਲਾਹਾ ਨਹੀਂ ਲਿਆ। ਸਾਹਿਬ ਸੱਚੇ ਪਾਤਸ਼ਾਹ ਜੀ ਪੌੜੀ ਦੇ ਵਿੱਚ ਇਹ ਜੀਵ ਜੋ ਰੱਬ ਨਾਲੋਂ ਟੁੱਟਿਆ ਹੋਇਆ ਸੀ ਔਰ ਆਪਣੇ ਮਨ ਦੀ ਮਰਜ਼ੀ ਕੀਤੀ ਇਸਨੇ, ਉਹ ਪਾਤਸ਼ਾਹ ਜੀ ਨੇ ਦੱਸਣਾ ਕੀਤਾ ਕਿ ਅੱਗੇ ਜਾ ਕੇ ਇਹਦਾ ਕੀ ਹਸ਼ਰ ਹੁੰਦਾ ਹੈ। ਹੁਣ ਜੀਵ ਆਪਣੇ ਜੀਵਨ ਨੂੰ ਕਿਵੇਂ ਸਫਲ ਕਰ ਸਕਦਾ ਹੈ? ਪਾਤਸ਼ਾਹ ਕਹਿੰਦੇ, ਇਹ ਜਿਹੜਾ ਸੰਸਾਰ ਹੈ, ਰਹਿਣਾ ਇਸ ਸੰਸਾਰ ਦੇ ਵਿੱਚ ਹੈ। ਸੰਸਾਰ ਦੇ ਪਦਾਰਥਾਂ ਵਿੱਚ ਖਚਤ ਨਹੀਂ ਹੋਣਾ, ਬਲਕਿ ਸੰਸਾਰ ਦੇ ਪਦਾਰਥਾਂ ਨੂੰ ਭੋਗਦਿਆਂ ਹੋਇਆਂ ਉਸ ਵਾਹਿਗੁਰੂ ਨੂੰ ਯਾਦ ਰੱਖਣਾ ਹੈ ਕਿ ਸਾਰੇ ਪਾਸੇ ਉਹ ਵਾਹਿਗੁਰੂ ਨਿਰੰਕਾਰ ਹੈ। ਜਦੋਂ ਆਪਾਂ ਕਿਸੇ ਵੀ ਵਸਤੂ ਨਾਲ ਪਰਮਾਤਮਾ ਨੂੰ ਜੋੜ ਲੈਂਦੇ ਹਾਂ ਤਾਂ ਉਹ ਵਸਤੂ ਸਾਨੂੰ ਸੁਖਦਾਇਕ ਵੀ ਹੁੰਦੀ ਹੈ ਔਰ ਉਸ ਵਸਤੂ ਦੇ ਵਿੱਚ ਉਹਨੂੰ ਵਰਤਣ ਦੇ ਨਾਲ ਜੀਵ ਦੇ ਮਨ ਵਿੱਚ ਕੋਈ ਗਲਾਨੀ ਵੀ ਪੈਦਾ ਨਹੀਂ ਹੁੰਦੀ, ਕੋਈ ਵਿਕਾਰ ਵੀ ਪੈਦਾ ਨਹੀਂ ਹੁੰਦਾ। ਜਿਵੇਂ ਦੇਖੋ, ਆਪਾਂ ਲੰਗਰ ਛਕਦੇ ਹਾਂ ਨਾ ਗੁਰਦੁਆਰਾ ਸਾਹਿਬ ਜਾਂ ਕਿਤੇ ਵੀ ਲੰਗਰ ਚੱਲਦਾ ਹੋਵੇ ਗੁਰੂ ਕਾ, ਆਪਾਂ ਛਕਦੇ ਹਾਂ। ਜਦੋਂ ਆਪਾਂ ਆਪਣੇ ਘਰ ਵਿੱਚ ਉਹੀ ਰੋਟੀ, ਉਹੀ ਪ੍ਰਸ਼ਾਦਾ, ਉਹੀ ਸਾਰਾ ਕੁਝ ਹੁੰਦਾ ਹੈ, ਛਕਦੇ ਹਾਂ ਤੇ ਸਾਡੇ ਮਨ ਵਿੱਚ ਇਹ ਗੱਲ ਚੱਲਦੀ ਹੈ, ਇਹ ਪਦਾਰਥ ਮੇਰਾ ਕਮਾਇਆ ਹੋਇਆ ਹੈ। ਪਰ ਉਹੀ ਜਦੋਂ ਆਪਾਂ ਪ੍ਰਸ਼ਾਦਾ, ਉਹੀ ਦਾਲ ਭਾਜੀ, ਉਹੀ ਸਾਰਾ ਕੁਝ ਹੁੰਦਾ, ਜਦੋਂ ਲੰਗਰ ਵਿੱਚ ਬੈਠ ਕੇ ਛਕਦੇ ਹਾਂ ਤੇ ਉਹਦੇ ਵਿੱਚ ਇੱਕ ਵੱਖਰਾ ਰਸ ਆਉਂਦਾ ਹੈ, ਉਹਦੇ ਵਿੱਚ ਇੱਕ ਸ਼ਰਧਾ ਬਣ ਜਾਂਦੀ ਹੈ ਕਿ ਇਹ ਗੁਰੂ ਕਾ ਲੰਗਰ ਹੈ। ਇਸੇ ਤਰ੍ਹਾਂ ਗੁਰਮੁਖੋ ਸੰਸਾਰ ਦੇ ਪਦਾਰਥਾਂ ਨੂੰ ਜਦੋਂ ਭੋਗਣਾ ਹੈ ਤਾਂ ਉਸ ਵਾਹਿਗੁਰੂ ਨੂੰ ਯਾਦ ਰੱਖਣਾ ਹੈ ਕਿ ਇਹ ਮੇਰੇ ਵਾਹਿਗੁਰੂ ਦੇ ਹਨ। ਇਹ ਸਾਰੇ ਪਦਾਰਥ ਫਿਰ ਬੜਾ ਰਸ ਆਵੇਗਾ ਔਰ ਸੁਖਦਾਇਕ ਵੀ ਰਹਿਣਗੇ। ਪਰ ਜਦੋਂ ਪਰਮਾਤਮਾ ਤੋਂ ਵੱਖ ਕਰਕੇ ਪਦਾਰਥਾਂ ਨੂੰ ਭੋਗਿਆ ਤਾਂ ਇਹ ਅੰਦਰ ਵਿਕਾਰ ਪੈਦਾ ਕਰ ਦਿੰਦੇ ਹਨ, ਇਹ ਪਦਾਰਥ ਅੰਦਰ ਗਲਾਨੀ ਪੈਦਾ ਕਰ ਦਿੰਦੇ ਹਨ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ, ਵੇਖ ਸੰਸਾਰ ਵੱਲ ਝਾਤੀ ਮਾਰ ਕੇ ਇਹ ਸਾਰੇ ਪਾਸੇ ਵਾਹਿਗੁਰੂ ਆਪ ਹੀ ਵਰਤ ਰਿਹਾ ਹੈ। ਬਸ ਗੱਲ ਇੰਨੀ ਕੁ ਹੈ, ਰਹਿਣਾ ਸੰਸਾਰ ਦੇ ਵਿੱਚ ਹੈ ਪਰ ਬਿਰਤੀ ਨਿਰੰਕਾਰ ਦੇ ਨਾਲ ਜੋੜ ਕੇ ਰੱਖਣੀ ਹੈ। ਸੋ ਪਹਿਲਾ ਸ਼ਲੋਕ ਜਿਹੜਾ ਇਸ ਪੌੜੀ ਦੇ ਨਾਲ ਆਇਆ, ਉਹ ਕਥਾ ਵਿਚਾਰ ਆਪ ਜੀ ਨੇ ਪਹਿਲਾਂ ਸਰਵਣ ਕੀਤੀ ਹੈ।
ਦੂਸਰਾ ਸ਼ਲੋਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਇੱਥੇ ਬਖਸ਼ਿਸ਼ ਕਰ ਰਹੇ ਹਨ। ਕੁਦਰਤ ਦੀ ਗੱਲ ਕੀਤੀ ਹੈ। ਕੁਦਰਤ ਦਾ ਕੀ ਅਰਥ ਹੈ? ਆਪਾਂ ਗੁਰਬਾਣੀ ਦੇ ਵਿੱਚ ਹੀ ਵੇਖਾਂਗੇ ਕੁਦਰਤ ਕਿਸ ਨੂੰ ਆਖਿਆ ਗਿਆ ਹੈ। ਪਹਿਲਾਂ ਆਪਾਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਪੜ੍ਹਦੇ ਹਾਂ। ਜਦੋਂ ਸਤਿਗੁਰੂ ਜੀ ਕਿਰਪਾ ਕਰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੇਅੰਤ ਰਚਨਾ ਦਾ ਜ਼ਿਕਰ ਕੀਤਾ ਹੈ। ਉੱਥੇ ਮਹਾਰਾਜ ਆਖਦੇ ਨੇ ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਕੁਦਰਤ ਦਾ ਅਰਥ ਹੈ ਸ਼ਕਤੀ ਪਾਇਆ। ਹੇ ਵਾਹਿਗੁਰੂ ਮੇਰੀ ਕੀ ਪਾਇਆ ਹੈ ਕਿ ਮੈਂ ਤੇਰੀ ਇਹ ਬੇਅੰਤ ਰਚਨਾ ਬਾਰੇ ਕੁਝ ਕਹਿ ਸਕਾਂ। ਫਿਰ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਬਚਨ ਆਉਂਦੇ ਨੇ, ਅਵਲ ਅੱਲ੍ਹੈ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਕੁਦਰਤ ਦਾ ਭਾਵ ਹੈ ਕਿ ਵਾਹਿਗੁਰੂ ਦੀ ਕਲਾ, ਵਾਹਿਗੁਰੂ ਦੀ ਸ਼ਕਤੀ। ਉਸ ਵਾਹਿਗੁਰੂ ਪਰਮਾਤਮਾ ਦੀ ਕਲਾ, ਉਹਦੀ ਸ਼ਕਤੀ ਵਿੱਚੋਂ ਹੀ ਸਾਰਾ ਸੰਸਾਰ ਪੈਦਾ ਹੋਇਆ ਹੈ। ਸਾਰੇ ਉਸ ਵਾਹਿਗੁਰੂ ਦੇ ਹੀ ਮਨੁੱਖ ਹਨ, ਜੀਵ ਹਨ। ਤੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਉਸ ਵਾਹਿਗੁਰੂ ਦੀ ਕੁਦਰਤ ਕਰਕੇ, ਉਹਦੀ ਸ਼ਕਤੀ ਕਰਕੇ ਹੀ ਆਪਾਂ ਜੋ ਕੁਝ ਵੀ ਕਰਦੇ ਹਾਂ ਇਹ ਵਾਹਿਗੁਰੂ ਦੀ ਸ਼ਕਤੀ ਕਰਕੇ ਹੈ। ਜਦੋਂ ਉਹ ਵਾਹਿਗੁਰੂ ਆਪਣੀ ਸ਼ਕਤੀ ਸਾਡੇ ਸਰੀਰ ਵਿੱਚੋਂ ਖਿੱਚ ਲੈਂਦਾ ਹੈ ਤੇ ਜੀਵ ਦੀ ਮੌਤ ਹੋ ਜਾਂਦੀ ਹੈ, ਜੀਵ ਖਤਮ ਹੋ ਜਾਂਦਾ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਸੰਸਾਰ ਵਿੱਚ ਰਹਿ ਕੇ ਆਪਣੇ ਮਨ ਦੇ ਪਿੱਛੇ ਨਾ ਲੱਗ, ਬਲਕਿ ਉਸ ਵਾਹਿਗੁਰੂ ਦੀ ਇਬਾਦਤ ਕਰ, ਉਹਦੀ ਰਜ਼ਾ ਦੇ ਵਿੱਚ ਚੱਲ। ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕੀਤਾ ਹੈ ਮਹੱਲਾ ਪਹਿਲਾ, ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਉ ਸੁਖ ਸਾਰ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਵਾਹਿਗੁਰੂ ਦੀ ਸ਼ਕਤੀ ਕਰਕੇ ਹੀ ਆਪਾਂ ਵੇਖ ਰਹੇ ਹਾਂ। ਸਾਡੀਆਂ ਅੱਖਾਂ ਜੇ ਵੇਖ ਰਹੀਆਂ ਨੇ ਗੁਰਮੁਖੋ, ਇਹ ਵਾਹਿਗੁਰੂ ਦੀ ਕੁਦਰਤ ਕਰਕੇ, ਉਹਦੀ ਸ਼ਕਤੀ ਕਰਕੇ ਹਨ, ਉਹਦੀ ਕਲਾ ਕਰਕੇ ਹਨ। ਜਦੋਂ ਵਾਹਿਗੁਰੂ ਆਪਣੀ ਸ਼ਕਤੀ ਖਿੱਚ ਲੈਂਦਾ ਹੈ, ਕਈ ਤੁਸੀਂ ਮਨੁੱਖ ਵੇਖੇ ਹੋਣਗੇ ਜਿਨ੍ਹਾਂ ਨੂੰ ਆਪਾਂ ਸੂਰਮੇ ਸਿੰਘ ਕਹਿੰਦੇ ਹਾਂ, ਅੱਖਾਂ ਬਿਲਕੁਲ ਹੁੰਦੀਆਂ ਹਨ ਪਰ ਵਿੱਚ ਵੇਖਣ ਵਾਲੀ ਜੋਤ ਨਹੀਂ ਹੁੰਦੀ। ਇਹ ਮਹਾਰਾਜ ਕਹਿੰਦੇ ਤੂੰ ਦੇਖ ਰਿਹਾ ਹੈ ਤਾਂ ਇਹ ਵਾਹਿਗੁਰੂ ਦੀ ਕੁਦਰਤ ਕਰਕੇ ਹੈ, ਉਹਦੀ ਕਲਾ ਕਰਕੇ ਹੈ, ਉਹਦੀ ਸ਼ਕਤੀ ਕਰਕੇ ਹੈ। ਕੁਦਰਤ ਦਿਸੈ ਕੁਦਰਤ ਸੁਣੀਐ, ਵਾਹਿਗੁਰੂ ਦੀ ਕੁਦਰਤ ਕਰਕੇ ਹੀ ਆਪਾਂ ਕੰਨਾਂ ਨਾਲ ਸੁਣਦੇ ਹਾਂ। ਜੇ ਉਹਦੀ ਸ਼ਕਤੀ ਨਾ ਸਾਡੇ ਅੰਦਰ ਚੱਲੇ, ਜਦੋਂ ਮਨੁੱਖ ਖਤਮ ਹੋ ਜਾਂਦਾ ਹੈ, ਮਰ ਜਾਂਦਾ ਹੈ, ਵੇਖੋ ਕੰਨ ਲੱਗੇ ਹੁੰਦੇ ਨੇ ਪਰ ਕੰਨ ਸੁਣ ਨਹੀਂ ਸਕਦੇ। ਉਹਦੇ ਕੋਲ ਕਿੰਨਾ ਮਰਜ਼ੀ ਰੋਈ ਜਾਓ, ਬੋਲੀ ਜਾਓ, ਬੰਦਾ ਸੁਣਦਾ ਨਹੀਂ, ਨਾ ਉਹ ਵੇਖ ਸਕਦਾ ਹੈ। ਇਹ ਵਾਹਿਗੁਰੂ ਪਰਮਾਤਮਾ ਦੀ ਸ਼ਕਤੀ ਕਰਕੇ ਆਪਾਂ ਵੇਖ ਰਹੇ ਹਾਂ, ਸੁਣ ਰਹੇ ਹਾਂ। ਕੁਦਰਤ ਭਉ ਸੁਖ ਸਾਰ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੀ ਸ਼ਕਤੀ ਕਰਕੇ ਹੀ ਜੀਵ ਵੇਖੋ ਸੰਸਾਰ ਦੇ ਅੰਦਰ ਸਾਰੀਆਂ ਸ਼ਕਤੀਆਂ ਉਹਦੇ ਭੋਗ ਵਿੱਚ ਚੱਲ ਰਹੀਆਂ ਨੇ। ਸੂਰਜ, ਚੰਦਰਮਾ, ਪਵਨ, ਪਾਣੀ, ਅੱਗ, ਇਹ ਸਾਨੂੰ ਸੁੱਖ ਦੇ ਰਹੇ ਹਨ। ਜੇਕਰ ਵਾਹਿਗੁਰੂ ਦੀ ਕਲਾ ਸ਼ਕਤੀ ਉਹਦੇ ਭੈ ਵਿੱਚ ਚੱਲ ਕੇ ਉਹ ਸੁੱਖ ਦੇ ਰਹੇ ਨੇ। ਜੇ ਉਹ ਵਾਹਿਗੁਰੂ ਪਰਮਾਤਮਾ ਆਪਣਾ ਭੋਗ ਉਹਨਾਂ ਤੋਂ ਹਟਾ ਲਵੇ ਤੇ ਇੱਕ ਖਿਣ ਦੇ ਵਿੱਚ ਸਾਰਾ ਕੁਝ ਤਹਿਸ਼ ਨਹਿਸ਼ ਹੋ ਜਾਏ। ਧਰਤੀ ਘੁੰਮ ਰਹੀ ਹੈ, ਸੂਰਜ, ਚੰਦਰਮਾ ਸਾਰੇ ਇਹ ਆਪਸ ਵਿੱਚ ਟਕਰਾ ਜਾਣ, ਪਰ ਇਹ ਵਾਹਿਗੁਰੂ ਦੇ ਭੈ ਵਿੱਚ ਚੱਲ ਕੇ ਸੁੱਖ ਦੇ ਰਹੇ ਨੇ। ਅੱਗੇ ਆਉਣੇ ਹਨ ਬਚਨ, ਭੈ ਵਿੱਚ ਪਾਉਣ ਵੈ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ। ਵਾਹਿਗੁਰੂ ਦੇ ਭੈ ਦੇ ਵਿੱਚ ਤੋ ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹਨ
ਕੁਦਰਤ ਭਉ ਸੁਖਸਾਰ। ਜਿੰਨੀ ਵੀ ਸ਼ਕਤੀ ਹੈ ਇਹ ਵਾਹਿਗੁਰੂ ਪਰਮਾਤਮਾ ਦੇ ਭੈ ਵਿੱਚ ਚਰ ਕੇ ਸੁਖ ਸਾਰ ਸ੍ਰੇਸ਼ਟ ਸੁਖ ਬਣ ਕੇ ਸਾਨੂੰ ਆਨੰਦਿਤ ਕਰ ਰਹੀ ਹੈ, ਸੁਖ ਦੇ ਰਹੀ ਹੈ। ਵਾਹ ਵਿਦਵਾਨ ਜਨ ਗੁਰਮੁਖ ਜਨ ਇਹ ਵੀ ਅਰਥ ਕਰਦੇ ਹਨ ਕਿ ਵਾਹਿਗੁਰੂ ਦੇ ਭਉ ਵਿੱਚ ਚੱਲਣ ਨਾਲ ਜਿਹੜਾ ਹੈ ਜੀਵ ਨੂੰ ਸੁਖ ਪ੍ਰਾਪਤ ਹੁੰਦੇ ਹਨ। ਵਾਹਿਗੁਰੂ ਦੀ ਸ਼ਕਤੀ ਸਾਡੇ ਅੰਦਰ ਹੈ, ਪਰ ਸਾਨੂੰ ਉਸ ਦੇ ਭਉ ਦੇ ਵਿੱਚ ਚੱਲਣਾ ਪਵੇਗਾ, ਤਾਂ ਹੀ ਜੀਵ ਨੂੰ ਸੁਖ ਪ੍ਰਾਪਤ ਹੋਵੇਗਾ। ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ। ਵਾਹਿਗੁਰੂ ਦੀ ਸ਼ਕਤੀ ਕਿੱਥੇ ਕਿੱਥੇ ਵਰਤ ਰਹੀ ਹੈ। ਮਹਾਰਾਜ ਕਹਿੰਦੇ ਪਾਤਾਲਾਂ ਦੇ ਵਿੱਚ, ਆਕਾਸ਼ਾਂ ਦੇ ਵਿੱਚ ਸਾਰੇ ਜਿੰਨੇ ਵੀ ਆਕਾਰ ਹਨ ਇਹ ਵਾਹਿਗੁਰੂ ਦੀ ਸ਼ਕਤੀ ਕਰਕੇ ਹਨ, ਵਾਹਿਗੁਰੂ ਦੀ ਕਲਾ ਕਰਕੇ ਹਨ, ਵਾਹਿਗੁਰੂ ਦੀ ਬਖਸ਼ਿਸ਼ ਕਰਕੇ ਹਨ। ਕੁਦਰਤ ਵੇਦ ਪੁਰਾਣ ਕਤੇਵਾ ਕੁਦਰਤ ਸਰਬ ਵਿਚਾਰ। ਵਾਹਿਗੁਰੂ ਦੀ ਸ਼ਕਤੀ ਵਿੱਚੋਂ ਹੀ ਵੇਦ ਪੁਰਾਣ ਕੁਤੇਬ ਇਹ ਸਾਰੇ ਗ੍ਰੰਥ ਆਏ ਹਨ। ਤੇ ਮਹਾਰਾਜ ਕਹਿੰਦੇ ਸਭ ਤਰ੍ਹਾਂ ਦੀ ਜਿਹੜੀ ਵਿਚਾਰ ਹੈ, ਸ਼ੁਭ ਗੁਣਾਂ ਦੀ ਜੋ ਵਿਚਾਰ ਹੈ, ਪਰਮਾਤਮਾ ਦੀ ਜੋ ਵਿਚਾਰ ਹੈ, ਉਹ ਵੀ ਵਾਹਿਗੁਰੂ ਦੀ ਸ਼ਕਤੀ ਦੇ ਵਿੱਚੋਂ ਹੀ ਪੈਦਾ ਹੁੰਦੀ ਹੈ। ਜਦੋਂ ਆਪਾਂ ਨਾਮ ਜਪਾਂਗੇ, ਜਿਵੇਂ ਜਿਵੇਂ ਉਸ ਸ਼ਕਤੀ ਨਾਲ ਜੁੜਦੇ ਜਾਵਾਂਗੇ, ਇਹ ਸਾਰੀਆਂ ਸ਼ੁਭ ਵਿਚਾਰਾਂ ਦੈਵੀ ਗੁਣ ਉੱਥੋਂ ਹੀ ਪੈਦਾ ਹੁੰਦੇ ਨੇ। ਜਦੋਂ ਜੀਵ ਇਸ ਵਾਹਿਗੁਰੂ ਦੀ ਬੰਦਗੀ ਤੋਂ ਟੁੱਟ ਜਾਂਦਾ ਹੈ ਤਾਂ ਇਹਦੇ ਅੰਦਰ ਜੜਤਾ ਆਉਣ ਲੱਗ ਜਾਂਦੀ ਹੈ। ਜਿਵੇਂ ਦੇਖੋ ਆਪਾਂ ਕੋਈ ਵੀ ਕੰਮ ਕਰਦੇ ਹਾਂ ਤੇ ਬੰਦਾ ਉਸ ਕੰਮ ਨੂੰ ਛੱਡ ਦੇਵੇ, ਜਿਵੇਂ ਜਿਵੇਂ ਸਮਾਂ ਲੰਘਦਾ ਹੈ ਉਸ ਕਲਾ ਨੂੰ ਉਹ ਭੁੱਲਣ ਲੱਗ ਜਾਂਦਾ ਹੈ। 20-30 ਸਾਲ ਹੋ ਗਏ ਨੇ, ਜਿਸ ਤਰ੍ਹਾਂ ਉਹ 20-30 ਸਾਲ ਪਹਿਲਾਂ ਉਸ ਕਲਾ ਨੂੰ ਕਰਦਾ ਸੀ, ਉਹਨੂੰ ਅੱਜ ਆਖੋ ਉਹ ਕਹੇਗਾ ਨਹੀਂ। ਪੁੱਛਿਆ ਜਾਵੇ ਕਿਉਂ, ਆਖੇਗਾ ਮੈਂ ਤਾਂ ਇੰਨਾ ਸਮਾਂ ਹੋ ਗਿਆ ਇਹਨੂੰ ਛੱਡ ਦਿੱਤਾ ਹੈ, ਹੁਣ ਮੇਰੇ ਵੱਸ ਦੀ ਗੱਲ ਨਹੀਂ ਹੈ। ਤਾਂ ਇਸੇ ਤਰ੍ਹਾਂ ਗੁਰਮੁਖੋ ਜਦੋਂ ਆਪਾਂ ਰੱਬ ਦਾ ਨਾਮ ਜਪਣਾ ਛੱਡ ਦਿੰਦੇ ਹਾਂ, ਸਾਡੇ ਅੰਦਰੋਂ ਦੈਵੀ ਗੁਣ ਖਤਮ ਹੋਣ ਲੱਗ ਜਾਂਦੇ ਨੇ। ਪਰ ਜਿਵੇਂ ਜਿਵੇਂ ਨਾਮ ਜਪਦੇ ਹਾਂ ਉਹ ਸਭ ਤਰ੍ਹਾਂ ਦੀ ਵਿਚਾਰ, ਦੈਵੀ ਵਿਚਾਰ, ਸ੍ਰੇਸ਼ਟ ਵਿਚਾਰ ਅੰਦਰ ਆਉਣ ਲੱਗ ਜਾਂਦੀ ਹੈ। ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ। ਵਾਹਿਗੁਰੂ ਦੀ ਸ਼ਕਤੀ ਕਰਕੇ ਖਾਣਾ ਹੋ ਰਿਹਾ। ਜੇ ਆਪਾਂ ਖਾਂਦੇ ਹਾਂ ਇਹ ਵੀ ਵਾਹਿਗੁਰੂ ਦੀ ਸ਼ਕਤੀ ਕਰਕੇ ਹੈ। ਜੋ ਆਪਾਂ ਪੀਂਦੇ ਹਾਂ, ਪਹਿਨਦੇ ਹਾਂ, ਔਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਇਹ ਜੋ ਜੀਵ ਜਦੋਂ ਵਾਹਿਗੁਰੂ ਦੇ ਨਾਮ ਨਾਲ ਜੁੜਦਾ ਹੈ ਇਹਦੇ ਅੰਦਰ ਸਰਬ ਪਿਆਰ ਪੈਦਾ ਹੋ ਜਾਂਦਾ ਹੈ, ਭਾਵ ਸਾਰੀ ਸ੍ਰਿਸ਼ਟੀ ਨਾਲ ਪਿਆਰ ਕਰਨ ਲੱਗ ਜਾਂਦਾ ਹੈ, ਜੀਵ ਜੰਤੂਆਂ ਨਾਲ ਪਿਆਰ ਕਰਨ ਲੱਗ ਜਾਂਦਾ ਹੈ। ਇਹ ਸਭ ਜੋ ਜੀਵ ਜੰਤੂਆਂ ਦੇ ਵਿੱਚ ਪਿਆਰ ਹੈ, ਸਨੇਹ ਹੈ, ਮਹਾਰਾਜ ਕਹਿੰਦੇ ਵਾਹਿਗੁਰੂ ਦੀ ਸ਼ਕਤੀ ਕਰਕੇ ਹੀ ਹੋ ਰਿਹਾ ਹੈ। ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ। ਵਾਹਿਗੁਰੂ ਦੀ ਕੁਦਰਤ ਕਰਕੇ, ਵਾਹਿਗੁਰੂ ਦੀ ਸ਼ਕਤੀ ਕਰਕੇ ਹੀ ਸਾਰੇ ਤਰ੍ਹਾਂ ਤਰ੍ਹਾਂ ਦੀਆਂ ਜਾਤਾਂ ਦੇ, ਜਿਨਸਾਂ ਦੇ, ਰੰਗਾਂ ਦੇ ਜੀਵ ਜੰਤੂ ਹਨ। ਇਹ ਸਭ ਜਹਾਨ ਸੰਸਾਰ ਇਹ ਵਾਹਿਗੁਰੂ ਦੀ ਸ਼ਕਤੀ ਕਰਕੇ ਹੈ। ਕੁਦਰਤ ਨੇਕੀਆਂ, ਕੁਦਰਤ ਵਧੀਆਂ, ਕੁਦਰਤ ਮਾਨ ਅਭਿਮਾਨ। ਵਾਹਿਗੁਰੂ ਦੀ ਸ਼ਕਤੀ ਕਰਕੇ ਜੀਵ ਨੇਕੀਆਂ ਕਰਦਾ ਹੈ, ਕਿਉਂਕਿ ਉਹਦੀ ਸ਼ਕਤੀ ਸਾਡੇ ਸਰੀਰ ਦੇ ਵਿੱਚ ਹੈ, ਸਾਡੀ ਆਤਮਾ ਦੇ ਵਿੱਚ ਹੈ। ਔਰ ਵਾਹਿਗੁਰੂ ਦੀ ਸ਼ਕਤੀ ਕਰਕੇ ਜੀਵ ਜੋ ਹੈ ਉਹ ਸੰਸਾਰ ਵਿੱਚ ਰਹਿ ਕੇ, ਸ਼ਕਤੀ ਵਾਹਿਗੁਰੂ ਨੇ ਦਿੱਤੀ ਹੈ ਪਰ ਇਹਨੇ ਬਦੀਆਂ ਵਾਲੇ ਪਾਸੇ ਲਾ ਦਿੱਤਾ, ਉਸਨੂੰ ਮਾੜੇ ਕਰਮ ਕਰਨ ਲੱਗ ਪਿਆ। ਜਿਵੇਂ ਸਾਡੇ ਹੱਥ ਇਹ ਵਾਹਿਗੁਰੂ ਦੀ ਸ਼ਕਤੀ ਹੈ, ਇਹਨਾਂ ਹੱਥਾਂ ਨਾਲ ਆਪਾਂ ਚੰਗਾ ਵੀ ਕਰ ਸਕਦੇ ਹਾਂ, ਇਹਨਾਂ ਹੱਥਾਂ ਨਾਲ ਮਾੜਾ ਵੀ ਕਰ ਸਕਦੇ ਹਾਂ। ਹੈ ਵਾਹਿਗੁਰੂ ਦੀ ਸ਼ਕਤੀ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ।
ਪਰ ਜੇ ਕੋਈ ਜੀਵ ਮਾੜਾ ਕਰਦਾ ਉਹਦਾ ਫਲ ਉਹਨੂੰ ਜ਼ਰੂਰ ਪ੍ਰਾਪਤ ਹੋਵੇਗਾ। ਇੱਥੇ ਮਹਾਰਾਜ ਜੋ ਸਾਨੂੰ ਸਮਝਾ ਰਹੇ ਨੇ ਕਿ ਇਹ ਸਾਰਾ ਸਾਡਾ ਜੀਵਨ ਭਾਵੇਂ ਕੋਈ ਚੰਗਾ ਹੈ ਭਾਵੇਂ ਕੋਈ ਮਾੜਾ ਹੈ, ਵਾਹਿਗੁਰੂ ਦੀ ਸ਼ਕਤੀ ਉਹਦੇ ਕੋਲ ਹੈ। ਹਾਂ, ਉਹ ਮਾੜਾ ਕਰ ਰਿਹਾ ਉਹਦਾ ਫਲ ਉਹਨੂੰ ਜ਼ਰੂਰ ਮਿਲੇਗਾ, ਪਰ ਹੈ ਉਹਦੇ ਕੋਲ ਵੀ ਵਾਹਿਗੁਰੂ ਦੀ ਸ਼ਕਤੀ। ਵਾਹਿਗੁਰੂ ਦੀ ਸ਼ਕਤੀ ਤੋਂ ਬਿਨਾਂ ਜੀਵਨ ਚੱਲ ਹੀ ਨਹੀਂ ਸਕਦਾ। ਤੋ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ। ਵਾਹਿਗੁਰੂ ਦੀ ਸ਼ਕਤੀ ਦੁਆਰਾ ਹੀ ਜੀਵ ਮਾਣ ਕਰਦਾ ਹੈ ਵਾਹਿਗੁਰੂ 'ਤੇ, ਪਰ ਜਿਹੜਾ ਨਾਸਤਕ ਹੈ ਉਹ ਹੰਕਾਰ ਕਰਦਾ ਹੈ ਸ਼ਕਤੀ ਦੋਵਾਂ ਦੇ ਕੋਲ ਹੀ ਵਾਹਿਗੁਰੂ ਦੀ। ਗੁਰਮੁਖ ਦੇ ਕੋਲ ਵੀ ਹੈ, ਮਨਮੁਖ ਦੇ ਕੋਲ ਵੀ ਹੈ। ਗੁਰਮੁਖ ਕਰਦਾ ਹੈ ਮਾਣ ਕਿ ਹੇ ਵਾਹਿਗੁਰੂ ਤੇਰੇ 'ਤੇ ਮੈਨੂੰ ਮਾਣ ਹੈ, ਪਰ ਜਿਹੜਾ ਨਾਸਤਕ ਹੈ, ਸਾਗਤ ਹੈ, ਉਹ ਹੰਕਾਰ ਕਰਨ ਲੱਗ ਜਾਂਦਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕੁਦਰਤ ਪੌਣ ਪਾਣੀ ਵੈ ਸੰਤਰ, ਕੁਦਰਤ ਧਰਤੀ ਖਾਕ। ਵਾਹਿਗੁਰੂ ਦੀ ਸ਼ਕਤੀ ਦੁਆਰਾ ਹੀ ਪੌਣ ਪੈਦਾ ਹੁੰਦੀ ਹੈ, ਹਵਾ, ਪਾਣੀ, ਅੱਗ, ਧਰਤੀ, ਖਾਕ। ਇਹ ਜੋ ਕੁਝ ਵੀ ਹੈ ਇਹ ਸਾਰਾ ਕੁਝ ਵਾਹਿਗੁਰੂ ਦੀ ਕੁਦਰਤ ਹੈ, ਵਾਹਿਗੁਰੂ ਦੀ ਸ਼ਕਤੀ ਹੈ, ਵਾਹਿਗੁਰੂ ਦੀ ਕਲਾ ਹੈ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਹੀ ਪਾਕ। ਹੇ ਵਾਹਿਗੁਰੂ ਇਹ ਸਾਰੀ ਤੇਰੀ ਕੁਦਰਤ ਹੈ, ਸਾਰੀ ਤੇਰੀ ਕਲਾ, ਸਾਰੀ ਤੇਰੀ ਸ਼ਕਤੀ ਹੈ। ਤੂੰ ਸਾਰੇ ਕੁਝ ਦਾ ਕਾਦਰ ਹੈ, ਕਰਤਾ ਹੈ। ਔਰ ਪਾਤਸ਼ਾਹ ਜੀ ਕਹਿੰਦੇ ਤੇਰੀ ਵਡਿਆਈ ਜਿਹੜੀ ਹੈ ਉਹ ਪਵਿੱਤਰ ਤੋਂ ਪਵਿੱਤਰ ਹੈ। ਨਾਈ ਨਾਮ ਹੈ ਵਡਿਆਈ ਦਾ। ਪਾਤਸ਼ਾਹ ਕਹਿੰਦੇ ਨਾਨਕ ਹੁਕਮ ਹੈ ਅੰਦਰ ਵੇਖੈ, ਵਰਤੈ ਤਾਕੋ ਤਾਕ। ਸਾਰਾ ਕੁਝ ਭਾਵੇਂ ਮਨਮੁਖ ਨੇ ਭਾਵੇਂ ਗੁਰਮੁਖ ਨੇ, ਨੇਕੀਆਂ ਨੇ ਬਦੀਆਂ ਨੇ, ਸੰਸਾਰ ਵਿੱਚ ਜੋ ਕੁਝ ਹੈ ਉਹ ਵਾਹਿਗੁਰੂ ਦੇ ਹੁਕਮ ਅੰਦਰ ਹੀ ਵਰਤ ਰਿਹਾ ਹੈ। ਔਰ ਵਾਹਿਗੁਰੂ ਸਾਰਿਆਂ ਨੂੰ ਵੇਖ ਰਿਹਾ ਹੈ। ਸਾਰਾ ਕੁਝ ਉਹਨੂੰ ਪਤਾ ਹੈ, ਕਿੱਥੇ ਕੋਈ ਨੇਕੀ ਕਰ ਰਿਹਾ, ਕਿੱਥੇ ਕੋਈ ਬਦੀ ਕਰ ਰਿਹਾ ਹੈ, ਕਿੱਥੇ ਕੋਈ ਹੰਕਾਰ ਕਰ ਰਿਹਾ, ਕਿੱਥੇ ਕੋਈ ਨਾਮ ਜਪ ਰਿਹਾ ਹੈ। ਸਾਰੇ ਪਾਸੇ ਉਹ ਵਾਹਿਗੁਰੂ ਵੇਖ ਰਿਹਾ ਹੈ। ਮਹਾਰਾਜ ਕਹਿੰਦੇ ਸਾਰੇ ਕੁਝ ਤੇ ਉਸੇ ਦਾ ਹੁਕਮ ਚੱਲਦਾ ਹੈ। ਪੌੜੀ ਆਪੀ ਨੇ ਭੋਗ ਭੋਗ ਕਹਿ ਹੋਏ ਭਸਮਣ ਭੋਰ ਸਧਾਇਆ। ਮਹਾਰਾਜ ਕਹਿੰਦੇ ਹੁਣ ਜਿਹੜਾ ਨਾਸਤਕ ਬੰਦਾ ਹੈ ਉਹ ਵਾਹਿਗੁਰੂ ਦੀ ਸ਼ਕਤੀ ਦੀ ਕਦਰ ਨਹੀਂ ਕਰਦਾ। ਉੱਤੇ ਸ਼ਕਤੀ ਦੀ ਗੱਲ ਕਰ ਦਿੱਤੀ ਹੈ। ਮਹਾਰਾਜ ਕਹਿੰਦੇ ਜਿਹੜਾ ਨਾਸਤਕ ਬੰਦਾ ਹੈ, ਮਨਮੁਖ ਬੰਦਾ ਹੈ, ਉਹ ਆਪਣੇ ਮਨ ਦੀ ਮਰਜ਼ੀ ਕਰਦਾ ਹੈ। ਉਹ ਕਹਿੰਦਾ ਵਾਹਿਗੁਰੂ ਤੂੰ ਮੈਨੂੰ ਹੱਥ ਦਿੱਤੇ ਨੇ, ਇਹਨਾਂ ਹੱਥਾਂ ਨਾਲ ਮੈਂ ਮਾੜਾ ਕਰਾਂਗਾ। ਤੂੰ ਮੈਨੂੰ ਅੱਖਾਂ ਦਿੱਤੀਆਂ ਨੇ, ਇਹਨਾਂ ਅੱਖਾਂ ਨਾਲ ਮਾੜਾ ਕਰਾਂਗਾ। ਰਸਨਾ ਵਾ ਸਾਰਾ ਇਹ ਸਰੀਰ। ਤੇ ਉਹ ਫਿਰ ਵਾਹਿਗੁਰੂ ਦੀ ਸ਼ਕਤੀ ਨੂੰ ਗਲਤ ਵਰਤਣ ਲੱਗ ਜਾਂਦਾ ਹੈ। ਕੀ ਕਰਦਾ? ਆਪਣੇ ਮਨ ਦੀ ਮਰਜ਼ੀ ਕਰਦਾ। ਆਪੀ ਨੇ ਭੋਗ ਭੋਗ ਕਹਿ, ਆਪਣੀ ਮਨ ਮਰਜ਼ੀ ਦੇ ਭੋਗ ਭੋਗਦਾ ਹੈ। ਤੇ ਫਿਰ ਕੀ ਹੁੰਦਾ ਹੈ? ਭੋਗ ਭੋਗ ਕੇ ਭਸਮ ਹੋ ਜਾਂਦਾ ਹੈ। ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਧਾਇਆ। ਭੌਰ ਵਿੱਚ ਜਿਹੜੀ ਆਤਮਾ ਸੀ ਉਹ ਜੀਵ ਆਤਮਾ ਉੱਡ ਗਿਆ। ਭੋਗ ਭੋਗ ਕੇ ਸਰੀਰ ਖਤਮ ਹੋ ਗਿਆ, ਜੀਵਨ ਖਤਮ ਹੋ ਗਿਆ। ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਜਲਾਇਆ। ਵੱਡਾ ਹੋਇਆ ਭਾਵ ਮਰ ਗਿਆ। ਇਹ ਦੁਨੀਆਦਾਰ ਬੰਦਾ ਜਿਹੜਾ ਪਰਮਾਤਮਾ ਨੂੰ ਜਿਹਨੇ ਨਹੀਂ ਜਾਣਿਆ, ਪਰਮਾਤਮਾ ਦਾ ਨਾਮ ਨਹੀਂ ਜਪਿਆ, ਵੱਡਾ ਹੋਇਆ ਜਦੋਂ ਮਰ ਗਿਆ। ਤੇ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਲੋਕ ਇਹ ਕਹਿੰਦੇ ਨੇ ਦੁਨੀਆ ਦੇ ਵਿੱਚ, ਆਪਾਂ ਤੁਸੀਂ ਕਈ ਵਾਰ ਸੁਣਿਆ ਹੋਣਾ, ਕਈ ਕਥਾ ਕਰਨ ਵਾਲੇ ਵੀ ਕਹਿੰਦੇ ਨੇ, ਖਾਸ ਕਰਕੇ ਮਸ਼ੀਨਰੀ ਵੀਰ, ਉਹ ਕਹਿੰਦੇ ਵੀ ਅੱਗੇ ਕੋਈ ਜਮਦੂਤ ਨਹੀਂ ਹੁੰਦੇ, ਕੋਈ ਧਰਮ ਰਾਜਾ ਨਹੀਂ ਹੁੰਦਾ, ਇੱਥੇ ਹੀ ਹੈ ਸਾਰਾ ਕੁਝ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਅੱਗੇ ਹੁੰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਦੋਂ ਇਹ ਸਰੀਰ ਖਤਮ ਹੋ ਗਿਆ, ਇਹ ਸਰੀਰ ਭਸਮ ਹੋ ਗਿਆ, ਬਿਲਕੁਲ ਖਾਕ ਹੋ ਗਿਆ, ਜਿਹੜਾ ਵਿੱਚ ਭੌਰ ਸੀ, ਆਤਮਾ ਸੀ, ਜਦੋਂ ਅੱਗੇ ਗਈ
ਜਮਦੂਤਾਂ ਨੇ ਗਲ ਵਿੱਚ ਸੰਗਲ ਪਾ ਲਏ। ਵੇਖੋ ਸੰਗਲ ਅੰਤਰੀਵ ਭਾਵ ਦੇ ਹਨ। ਜਿਵੇਂ ਆਪਾਂ ਕਹਿੰਦੇ ਆ ਨਾ ਵੀ ਮੈਂ ਤੇ ਆਪਾਂ ਕਹਿੰਦੇ ਆ ਵੀ ਮੈਂ ਇਹਨਾਂ ਬੰਧਨਾਂ ਵਿੱਚ ਵੱਜਾ ਹੋਇਆ, ਮੈਂ ਇੱਥੋਂ ਨਹੀਂ ਜਾ ਸਕਦਾ। ਉਹ ਬੰਧਨ ਦਿਖਾਈ ਤਾਂ ਨਹੀਂ ਦਿੰਦੇ ਹਨ, ਉਹ ਵਿਚਾਰਾਂ ਦੇ ਹਨ, ਉਹ ਕਰਮ ਦੇ ਹਨ, ਕਈ ਤਰ੍ਹਾਂ ਦੇ ਬੰਧਨ ਹਨ। ਇਸੇ ਤਰ੍ਹਾਂ ਮਹਾਰਾਜ ਇੱਥੇ ਉਹ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ, ਸੂਖਸ਼ਮ ਰੂਪ ਦੇ ਵਿੱਚ ਉਹ ਕਰਮਾਂ ਦੇ ਇਹਦੇ ਜੀਵ ਦੇ ਕੀਤੇ ਹੋਏ ਸੰਗਲ ਪੈ ਜਾਂਦੇ ਨੇ। ਇਹਦੇ ਗਲ ਦੇ ਵਿੱਚ ਜਮਦੂਤ ਅੱਗੇ ਲੈ ਤੁਰਦੇ ਹਨ ਇਹਨੂੰ। ਅੱਗੇ ਕਰਨੀ ਕੀਰਤ ਵਾਚੀਐ ਵੈ ਲੇਖਾ ਕਰ ਸਮਝਾਇਆ। ਤੇ ਜੋ ਕੁਝ ਇਹਨੇ ਕਰਮ ਕਰਦਾ ਰਿਹਾ, ਦੁਨੀਆ ਦੇ ਨਸ਼ੇ ਦੇ ਵਿੱਚ, ਮਾਇਆ ਦੇ ਨਸ਼ੇ ਦੇ ਵਿੱਚ, ਦੁਨੀਆ ਦੇ ਮੋਹ ਦੇ ਵਿੱਚ, ਉਹ ਫਿਰ ਅੱਗੇ ਜਾ ਕੇ ਜਦੋਂ ਗਿਆ ਇਹ ਮੁਨਕਰ ਹੋ ਗਿਆ, ਮੈਂ ਕੋਈ ਪਾਪ ਕਰਮ ਨਹੀਂ ਕੀਤਾ। ਪਰ ਉਹਨਾਂ ਨੇ ਅੱਗੇ ਇਹਦੀ ਸੀੜੀ ਲਾ ਦਿੱਤੀ, ਲੈ ਦੇਖ ਲੈ ਸਾਰੇ ਕਰਮ ਇਹਨੂੰ ਯਾਦ ਕਰਾਏ, ਦੇਖ ਇਹ ਕਰਦਾ ਰਿਹਾ ਹੈ। ਮਹਾਰਾਜ ਕਹਿੰਦੇ ਬਹਿ ਲੇਖਾ ਕਰ ਸਮਝਾਇਆ, ਚੰਗੀ ਤਰ੍ਹਾਂ ਇਹਨੂੰ ਸਮਝਾਤਾ ਹੁਣ ਵੀ ਇਹ ਦੇਖ ਇਹ ਮਾੜੇ ਕਰਮ ਕੀਤੇ ਨੇ, ਇਹਨਾਂ ਦਾ ਇਹ ਫਲ ਤੈਨੂੰ ਮਿਲੇਗਾ, ਇਹ ਸਜ਼ਾ ਮਿਲੇਗੀ। ਥਾਉ ਨਾ ਹੋਵੀ ਪੌਂਦਈ ਹੁਣ ਸੁਣੀਐ ਕਿਆ ਰਵਾਇਆ। ਫਿਰ ਮਹਾਰਾਜ ਕਹਿੰਦੇ ਇੰਨੀ ਕੁ ਮਾਰ ਪੈਂਦੀ ਇਹਦੇ ਸੂਖਸ਼ਮ ਸਰੀਰ ਦੇ ਉੱਪਰ, ਕੋਈ ਥਾਂ ਐਸੀ ਨਹੀਂ ਜਿੱਥੇ ਮਾਰ ਨਹੀਂ ਪੈਂਦੀ ਹੈ। ਚਾਰੇ ਪਾਸਿਆਂ ਤੋਂ ਇਹਨੂੰ ਮਾਰ ਪੈਂਦੀ ਹੈ। ਇੰਨੀਆਂ ਜਮਾਂ ਦੀਆਂ ਜੁੱਤੀਆਂ ਪੈਂਦੀਆਂ ਨੇ, ਕੋਈ ਥਾਂ ਸੂਖਸ਼ਮ ਸਰੀਰ ਦੀ ਨਹੀਂ ਰਹਿੰਦੀ। ਥਾਉ ਨਾ ਹੋਵੀ ਪਾਉਂਦੀ ਹੁਣ ਸੁਣੀਐ ਕਿਆ ਰਵਾਇਆ। ਪਰ ਹੁਣ ਇਹਦੀ ਪੁਕਾਰ ਕੌਣ ਸੁਣੇ? ਦੇਖੋ ਜਦੋਂ ਜੇਲ੍ਹ ਵਿੱਚ ਕੈਦੀ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਨਾ, ਫਿਰ ਇਹਦੀ ਕੋਈ ਦਲੀਲ, ਕੋਈ ਜਿਹੜੀ ਪੁਕਾਰ ਨਹੀਂ ਸੁਣੀ ਜਾਂਦੀ। ਜਦੋਂ ਸਜ਼ਾ ਮੁਕਰਰ ਹੋ ਗਈ ਵੀ ਇੰਨੇ ਸਾਲ ਦੀ ਸਜ਼ਾ ਹੈ, ਚੁੱਕ ਕੇ ਜੇਲ੍ਹ 'ਚ ਬੰਦ ਕਰ ਦੇ, ਜਿੰਨਾ ਮਰਜ਼ੀ ਰੋਈ ਜਾਵੇ, ਫਿਰ ਕੋਈ ਪੁਕਾਰ ਨਹੀਂ ਸੁਣਦਾ। ਇਸੇ ਤਰ੍ਹਾਂ ਜਦੋਂ ਉੱਥੇ ਲੇਖਾ ਵਾਚਿਆ ਗਿਆ, ਜੁਰਮ ਤੈਅ ਹੋ ਗਏ, ਫਿਰ ਜਮਾਂ ਦੀ ਸਜ਼ਾ ਮਿਲਦੀ ਹੈ। ਮਹਾਰਾਜ ਕਹਿੰਦੇ ਹੁਣ ਇਹਦੀ ਕੋਈ ਪੁਕਾਰ ਨਹੀਂ ਸੁਣ ਸਕਦਾ। ਮਨ ਅੰਧੈ ਜਨਮ ਗਵਾਇਆ। ਇਸ ਤਰ੍ਹਾਂ ਇਸ ਅੰਨੇ ਮਨ ਨੇ ਕੀਮਤੀ ਜੀਵਨ ਜਿਹੜਾ ਸੀ ਉਹ ਗਵਾ ਲਿਆ। ਬਹੁਤ ਕੀਮਤੀ ਜੀਵਨ ਮਿਲਿਆ ਸੀ ਪਰ ਉਹ ਗਵਾ ਲਿਆ। ਵਾਹਿਗੁਰੂ ਨੂੰ ਜਾਣਿਆ ਨਹੀਂ ਹੈ। ਉਹ ਆਪਣੀ ਕੁਦਰਤ ਦੇ ਵਿੱਚ, ਇਸ ਸੰਸਾਰ ਦੇ ਵਿੱਚ ਹੀ ਵਸ ਰਿਹਾ, ਜਰੇ ਜਰੇ ਦੇ ਵਿੱਚ। ਉਹਨੇ ਹਰ ਇੱਕ ਪਾਸੇ ਤੋਂ ਇਸ਼ਾਰਾ ਦਿੱਤਾ ਮਨੁੱਖ ਨੂੰ ਕਿ ਮੈਂ ਵਸ ਰਿਹਾ, ਦੇਖ ਤੇਰੇ ਸਾਹਮਣੇ ਵਰਤ ਰਿਹਾ ਹਾਂ। ਪਰ ਇਹ ਮਾਇਆ ਦੇ ਨਸ਼ੇ ਵਿੱਚ ਭੁੱਲ ਕੇ ਆਪਣੀ ਮਨ ਮਰਜ਼ੀ ਕਰਦਾ ਰਿਹਾ ਔਰ ਭਾਰੀ ਸਜ਼ਾ ਇਸ ਨੂੰ ਪ੍ਰਾਪਤ ਹੋਈ। ਇਹ ਤੀਸਰੀ ਪੌੜੀ ਹੈ ਔਰ ਇਹਦੇ ਨਾਲ 2 ਸ਼ਲੋਕ ਆਏ ਹਨ। ਉਹ ਤੀਸਰੀ ਪੌੜੀ ਔਰ 2 ਸ਼ਲੋਕਾਂ ਦੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਇਸ ਤੋਂ ਅੱਗੇ ਚੌਥੀ ਪੌੜੀ ਔਰ ਉਹਦੇ ਨਾਲ ਜਿਹੜੇ ਸ਼ਲੋਕ ਹਨ, ਆਉਣ ਵਾਲੇ ਸਮੇਂ ਅੰਦਰ ਆਪਾਂ ਵਿਚਾਰ ਕਰਾਂਗੇ। ਸਤਿਗੁਰੂ ਜੀ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦੇ ਹਾਂ। ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਸਾਧ ਸੰਗਤ ਜੀਓ, ਅੱਜ ਬਾਲਾ ਪ੍ਰੀਤਮ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪਾਵਨ ਜੋਤੀ ਜੋਤ ਸਮਾਨ ਦਾ ਗੁਰਪੁਰਬ ਹੈ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿਠੈ ਸਭ ਦੁਖ ਜਾਏ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਜ ਵਾਲੇ ਨੇ ਬੱਚਿਆਂ ਨੂੰ